ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਗੁਆਰੇਰੀ ਰਾਗ ਦੇ ਵਿੱਚ ਅਸ਼ਟਪਦੀਆਂ ਮਹੱਲੇ ਪਹਿਲੇ ਦੀ ਬਾਣੀ ਨੂੰ। ਕੱਲ ਆਪਾਂ ਵਿਚਾਰ ਰਹੇ ਸੀ ਕਿ ਉਸ ਪ੍ਰਭੂ ਦੀ ਭਗਤੀ, ਉਸ ਦੇ ਵਿੱਚ ਕੋਈ ਵੀ ਪੰਡਤ ਨਹੀਂ, ਕੋਈ ਸਿਆਣਾ ਨਹੀਂ ਹੁੰਦਾ ਆਪਣੇ ਆਪ, ਨਾ ਕੋਈ ਭੁੱਲੋ ਹੁੰਦਾ ਹੈ, ਕਿਉਂਕਿ ਪਰਮੇਸ਼ਰ ਵੱਲੋਂ ਹੀ ਭੁਲਾਇਆ ਹੋਇਆ ਜੀਵ ਹੈ ਤੇ ਜਿਨ੍ਹਾਂ ਤੇ ਦਇਆ ਕਰਦਾ ਉਸ ਨੂੰ ਜੁਨਾ ਦਿੰਦਾ ਹੈ। ਇਹ ਸਾਰਾ ਉਸੇ ਦਾ ਭਾਣਾ ਹੈ। ਨਾ ਕੋ ਮੂਰਖ ਨਾ ਹੀ ਸਿਆਣਾ, ਹੋਆ ਸਭ ਤਿਸੀ ਕਾ ਭਾਣਾ। ਉਸ ਪ੍ਰਭੂ ਦਾ ਭਾਣਾ ਹੈ। ਕਿਸੇ ਨੂੰ ਆਪ ਭੁਲਾ ਦਿੰਦਾ ਹੈ, ਕਿਸੇ ਨੂੰ ਗਿਆਨ ਦੇ ਦਿੰਦਾ ਹੈ, ਜਿਸ ਨੂੰ ਆਪਣੀ ਸੋਝੀ ਦੇ ਦਿੰਦਾ ਹੈ ਉਸ ਨੂੰ ਪੰਡਤ ਕਹਿ ਦਿੱਤਾ ਹੈ, ਸਿਆਣਾ ਕਹਿ ਦਿੱਤਾ ਹੈ, ਤੇ ਜਿਹਨੂੰ ਉਸਨੇ ਵਿਛੋੜ ਦਿੱਤਾ ਹੈ ਉਸ ਨੂੰ ਪਰਮ ਭੁੱਲਾ ਕਹਿ ਦਿੰਦੇ ਹਾਂ। ਕਥੋ ਨ ਕਥਨੀ ਹੁਕਮ ਪਛਾਨਾ। ਤੇ ਪਰਮੇਸ਼ਰ ਕੋਈ ਕਥਾ ਕਹਾਣੀਆਂ ਦੇ ਵਿੱਚ ਨਹੀਂ ਹੈ। ਉਸ ਨੂੰ ਹੁਕਮ ਨੂੰ ਮੰਨ ਕੇ ਆਪਾਂ ਪਹਿਚਾਨ ਸਕਦੇ ਹਾਂ। ਉਸ ਦੇ ਹੁਕਮ ਨੂੰ ਜਾਣਨਾ, ਉਸ ਦੇ ਹੁਕਮ ਦਾ ਗਿਆਨ ਲੈਣਾ ਕਿ ਹੁਕਮ ਕੀ ਹੈ ਪ੍ਰਭੂ ਦਾ। ਹੁਕਮ ਹੀ ਨਾਮ ਹੈ, ਹੁਕਮ ਹੀ ਗੁਰ ਦਾ ਗਿਆਨ ਹੈ, ਤੇ ਉਸ ਦੁਆਰਾ ਹੀ ਅਸੀਂ ਪਹਿਚਾਨ ਸਕਦੇ ਹਾਂ। ਨਾਨਕ ਗੁਰਮਤਿ ਸਹਿਜ ਸਮਾਨਾ। ਗੁਰ ਦੀ ਮੱਤ ਲੈ ਕੇ ਸਹਿਜ ਦੇ ਵਿੱਚ ਸਮਾਉਂਦਾ ਹੈ ਮਨ, ਤੇ ਇਹ ਹੁਕਮ ਹੈ। ਉਸ ਤੋਂ ਬਿਨਾਂ ਅਸੀਂ ਪ੍ਰਭੂ ਨੂੰ ਨਹੀਂ ਮਿਲ ਸਕਦੇ। ਇਸ ਗਿਆਨ ਤੋਂ ਬਿਨਾਂ ਆਪਣੇ ਆਪ ਕੋਈ ਜੀਵ ਭੁੱਲਿਆ ਵੀ ਨਹੀਂ ਹੁੰਦਾ ਤੇ ਕੋਈ ਸਿਆਣਾ ਵੀ ਨਹੀਂ ਬਣ ਸਕਦਾ, ਕਿਉਂਕਿ ਭੁਲਾਉਣ ਵਾਲਾ ਵੀ ਉਹ ਹੈ ਤੇ ਜਿਸ ਨੂੰ ਜਣਾਉਂਦਾ ਹੈ ਉਸ ਨੂੰ ਆਪਣੀ ਮੱਤ ਵੀ ਆਪ ਦੇ ਦਿੰਦਾ ਹੈ, ਪੰਡਤ ਵੀ ਆਪ ਬਣਾ ਦਿੰਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਆਪਾਂ ਵਿਚਾਰਦੇ ਹਾਂ। ਗੌੜੀ ਗੁਆਰੇਰੀ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ, ਕਿਉਂਕਿ ਆਪਾਂ ਅਸ਼ਟਪਦੀਆਂ ਵਿਚਾਰ ਰਹੇ ਹਾਂ ਜਿਸ ਦੇ ਵਿੱਚ 8 ਪਦੇ ਨੇ। ਇੱਕ ਪਦੇ ਦੇ ਵਿੱਚ 3 ਪੰਕਤੀਆਂ ਵੀ ਹੁੰਦੀਆਂ ਨੇ, 4 ਪੰਕਤੀਆਂ ਵੀ ਹੁੰਦੀਆਂ ਨੇ, ਤੇ ਵੱਧ ਵੀ ਹੋ ਸਕਦੀਆਂ ਨੇ, ਲੇਕਿਨ 8 ਪਦੇ ਹੁੰਦੇ ਨੇ ਇਸ ਦੇ ਵਿੱਚ। ਕੀ ਸਮਝਾਉਂਦੇ ਨੇ? ਪਹਿਲਾਂ ਆਪਾਂ ਰਹੁ ਪੰਕਤੀਆਂ ਨੂੰ ਵਿਚਾਰ ਲੈਂਦੇ ਹਾਂ, ਤੇ ਇਸ ਜੋ ਆਪਾਂ ਹੁਣ ਸ਼ਬਦ ਵਿਚਾਰਨ ਲੱਗੇ ਹਾਂ ਇਸ ਦੇ ਵਿੱਚ 2-2 ਪੰਕਤੀਆਂ ਨੇ, 3 ਪੰਕਤੀਆਂ ਨੇ ਇੱਕ ਪਦੇ ਦੇ ਵਿੱਚ। ਚਤੁਰਾਈ ਨਹਿ ਚੀਨਿਆ ਜਾਏ, ਕਿ ਆਪਣੀ ਸਿਆਣਪ ਦੇ ਨਾਲ ਅਸੀਂ ਉਸ ਪ੍ਰਭੂ ਨੂੰ ਨਹੀਂ
ਪਹਿਚਾਣ ਸਕਦੇ ਤੇ ਆਪਣੇ ਆਪ ਨੂੰ ਵੀ ਨਹੀਂ ਪਹਿਚਾਣ ਸਕਦੇ। ਬਿਨ ਮਾਰੇ ਕਿਉਂ ਕੀਮਤ ਪਾਏ। ਮਨ ਨੂੰ ਮਾਰੇ ਤੋਂ ਬਿਨਾਂ ਅਸੀਂ ਉਸ ਦਾ ਗਿਆਨ ਨਹੀਂ ਲੈ ਸਕਦੇ, ਨਾ ਕਿਸੇ ਨੂੰ ਦੇ ਸਕਦੇ ਹਾਂ। ਪ੍ਰਭੂ ਦੀ ਕੀਮਤ ਕੀ ਹੈ? ਆਪਾ ਗਵਾਉਣਾ, ਕਿਉਂਕਿ ਹੋਰ ਕੋਈ ਕੀਮਤ ਨਹੀਂ। ਆਪਾ ਸੌਂਪਣਾ, ਆਪਾ ਦੇਣਾ। ਹੋਰ ਸੰਸਾਰੀ ਕੀਮਤ ਦੁਆਰਾ ਅਸੀਂ ਉਸ ਨੂੰ ਨਹੀਂ ਪਾ ਸਕਦੇ। ਜਦ ਤੱਕ ਸਾਨੂੰ ਇਹ ਗਿਆਨ ਨਹੀਂ ਕਿ ਆਪਾ ਕਿਵੇਂ ਮਿਟਾਉਣਾ ਹੈ, ਆਪਾ ਕਿਵੇਂ ਸਮਰਪਿਤ ਕਰਨਾ ਹੈ, ਕਿਵੇਂ ਆਪੇ ਨੂੰ ਖੋਣਾ ਹੈ, ਉਦੋਂ ਤੱਕ ਅਸੀਂ ਪ੍ਰਭੂ ਨੂੰ ਨਹੀਂ ਪਾ ਸਕਦੇ। ਆਪਣੀਆਂ ਸਿਆਣਪਾਂ ਦੇ ਨਾਲ ਉਸ ਨੂੰ ਨਹੀਂ ਪਾ ਸਕਦੇ, ਕਿਉਂਕਿ ਉਸ ਦੀ ਕੋਈ ਕੀਮਤ ਨਹੀਂ ਹੈ। ਉਸ ਦੀ ਕੀਮਤ ਕੀ ਹੈ ਕਿ ਆਪਾ ਗਵਾਉਣਾ। ਆਪ ਗਵਾਈਐ ਤਾਂ ਸੋ ਪਾਈਐ, ਔਰ ਕੈਸੀ ਚਤੁਰਾਈ। ਹੋਰ ਕੋਈ ਚਤੁਰਾਈ ਨਹੀਂ ਹੈ। ਆਪਾ ਦੇ ਕੇ ਹੀ ਉਸ ਨੂੰ ਲਿਆ ਜਾਂਦਾ ਹੈ। ਕੰਚਨ ਸਿਓ ਪਾਈਐ ਨਹਿ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਸੌਂਪਣਾ ਪੈਂਦਾ ਹੈ, ਮਨ ਦਾ ਆਪਾ ਗਵਾਉਣਾ ਪੈਂਦਾ ਹੈ ਤੇ ਉਸ ਪ੍ਰਭੂ ਨੂੰ ਪਾਇਆ ਜਾਂਦਾ ਹੈ। ਇਹ ਰਹੋ ਭਗਤੀਆਂ ਸੀ ਸ਼ਬਦ ਦੀਆਂ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਮਨ ਕੁੰਚਰ ਕਾਇਆ ਉਦਿਆਨਾ। ਜਿਹੜੀ ਸਾਡੀ ਕਾਇਆ ਹੈ, ਕਿਉਂਕਿ ਕਾਇਆ ਆਪਣੀ 10 ਦੁਆਰਾਂ ਦੀ ਹੈ। 9 ਦੁਆਰਾਂ ਤੱਕ ਜਿੰਨੀ ਦੇਰ ਸਾਨੂੰ ਸੋਝੀ ਹੈ, 10ਵੇਂ ਦੁਆਰ ਦਾ ਗਿਆਨ ਨਹੀਂ ਹੈ, ਉਦੋਂ ਸਾਡੇ ਮਨ ਦੀ ਹਾਲਤ ਕੀ ਹੁੰਦੀ ਹੈ? ਇੱਕ ਹਾਥੀ ਦੀ ਤਰ੍ਹਾਂ, ਜੰਗਲ ਦੇ ਹਾਥੀ ਦੀ ਤਰ੍ਹਾਂ। ਇਹ ਕਾਇਆ ਸਾਡੀ ਜੰਗਲ ਦੀ ਤਰ੍ਹਾਂ ਹੈ, ਮਨ ਉਸ ਵਿੱਚ ਹਾਥੀ ਹੈ, ਕੁੰਚਰ ਹੈ। ਮਨ ਕੁੰਚਰ ਕਾਇਆ ਉਦਿਆਨਾ। ਗੁਰ ਅੰਕਸ਼ ਸੱਚ ਸ਼ਬਦ ਨਿਸ਼ਾਨਾ। ਤੇ ਫਿਰ ਮਨ ਦੇ ਜਿਹੜਾ ਕੁੰਡਾ ਹੈ ਉਹ ਗੁਰ ਦਾ ਸ਼ਬਦ ਹੈ। ਜਿਸ ਹਾਥੀ ਨੇ, ਜਿਸ ਮਨ ਨੇ ਗੁਰ ਦਾ ਗਿਆਨ ਲੈ ਲਿਆ, ਗੁਰ ਦਾ ਕੁੰਡਾ ਪਾ ਲਿਆ, ਉਹ ਫਿਰ ਉਸ ਪ੍ਰਭੂ ਦੇ ਦਰ ਤੇ ਸੋਭਾ ਪਾਉਂਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਨ ਕੁੰਚਰ ਪੀਲਖ ਗੁਰ ਗਿਆਨ ਕੁੰਡਾ, ਜਹ ਖਿਚੈ ਤਹ ਜਾਏ। ਵੀ ਫਿਰ ਉਸਨੇ ਕੁੰਡਾ ਪਾ ਲੈਣਾ ਹੈ ਮਨ ਨੇ, ਹਾਥੀ ਦੇ ਜਿਵੇਂ ਜਿਵੇਂ ਉਸ ਨੂੰ ਚਲਾਉਂਦੇ ਨੇ ਉਵੇਂ ਚੱਲਦਾ ਹੈ। ਏਦਾਂ ਆਪਣਾ ਮਨ ਨੂੰ ਜਦੋਂ ਗੁਰ ਦੇ ਗਿਆਨ ਦੁਆਰਾ ਚਲਾਉਂਦੇ ਹਾਂ, ਫਿਰ ਜਿਵੇਂ ਚਲਾਇਆ ਜਾਂਦਾ ਉਵੇਂ ਚੱਲਦਾ ਹੈ। ਫਿਰ ਜਿੱਦ ਨੂੰ ਚਲਾਉਂਦੇ, ਜਹ ਖਿੱਚੇ ਤਹ ਜਾਏ। ਨਾਨਕ ਹਸਤੀ ਕੁੰਡੇ ਬਾਰਾ, ਫਿਰ ਜੂਨੀ ਪਾਏ। ਵੀ ਜਿਸ ਹਾਥੀ ਨੇ ਕੁੰਡਾ ਨਹੀਂ ਪਾਇਆ, ਗੁਰ ਦਾ ਗਿਆਨ ਨਹੀਂ ਲਿਆ, ਉਹ ਵਾਰ-ਵਾਰ ਜੂਨਾਂ ਦੇ ਵਿੱਚ ਆਉਂਦਾ ਹੈ। ਜਿਸ ਨੇ ਗਿਆਨ ਦਾ ਕੁੰਡਾ ਪਾ ਲਿਆ ਤੇ ਉਵੇਂ ਚੱਲਦਾ ਹੈ ਜਿਵੇਂ ਉਸ ਨੂੰ ਚਲਾਉਂਦੇ ਹਾਂ, ਉਹ ਫਿਰ ਮੁਕਤ ਹੋ ਜਾਂਦਾ ਹੈ। ਕਿਉਂਕਿ ਇੱਥੇ ਮਨ ਨੂੰ ਕੁੰਚਰ ਗਿਆ ਹੈ, ਹਾਥੀ ਨਹੀਂ ਹੈ। ਮਨ ਦੀ ਹਾਲਤ ਹਾਥੀ ਵਾਲੀ ਹੈ, ਕਿਉਂਕਿ ਇਹ ਕਾਇਆ 9 ਦਰਾਂ ਦਾ ਜਿਹੜਾ ਇਸ ਨੂੰ ਇੱਕ ਜੰਗਲ ਦੀ ਨਿਆਈ ਦੱਸਿਆ ਹੈ। ਜਿਸ ਨੇ ਫਿਰ ਗੁਰ ਅੰਕਸ਼ ਸੱਚੇ ਸ਼ਬਦ ਦਾ ਗਿਆਨ ਜਿਹੜਾ ਪ੍ਰਾਪਤ ਕਰ ਲਿਆ, ਸੱਚੇ ਸ਼ਬਦ ਦਾ ਜੋ ਨਿਸ਼ਾਨ ਹੈ ਉਸ ਨੂੰ ਜਾਣ ਲਿਆ, ਰਾਜ ਦੁਆਰਾ ਸੋਭ ਸੁਮਨ। ਉਸ ਪ੍ਰਭੂ ਦੇ ਦੁਆਰ ਤੇ ਸੋਭਾ ਪ੍ਰਾਪਤ ਹੁੰਦੀ ਹੈ, ਕਿਉਂਕਿ ਆਪਾਂ ਉਸ ਦੇ ਹੋ ਜਾਂਦੇ ਹਾਂ। ਉਹ ਸਾਡਾ ਮਾਲਕ ਹੋ ਜਾਂਦਾ ਹੈ। ਉਸ ਦਰ ਤੇ ਫਿਰ ਸਾਨੂੰ ਸੋਭਾ ਪ੍ਰਾਪਤ ਹੁੰਦੀ ਹੈ। ਕਰਮ ਹੈ ਅੰਮ੍ਰਿਤ ਤਸ ਕਰ ਲਈ। ਘਰ ਦੇ ਵਿੱਚ ਅੰਮ੍ਰਿਤ ਹੈ ਸਾਰਿਆਂ ਦੇ, ਕਿਉਂਕਿ ਕੋਈ ਵੀ ਐਸਾ ਜੀਵ ਨਹੀਂ ਹੈ ਜਿਹੜਾ ਉਸ ਤੋਂ ਖਾਲੀ ਹੈ। ਸਾਰਿਆਂ 'ਚ ਨਾਮ ਹੈ, ਅੰਮ੍ਰਿਤ ਹੈ।
ਪਰ ਜਿੰਨੀ ਦੇਰ ਗਿਆਨ ਨਹੀਂ ਹੈ ਉਨੀ ਦੇਰ ਇਹ ਸਾਡਾ ਅੰਮ੍ਰਿਤ ਲੁੱਟਿਆ ਜਾਂਦਾ ਹੈ। ਕੌਣ ਲੁੱਟਦਾ ਹੈ? ਜਿੰਨੀ ਦੇਰ ਸਾਨੂੰ ਗਿਆਨ ਨਹੀਂ, ਸਾਡਾ ਅੰਮ੍ਰਿਤ ਲੁੱਟ ਲੈਂਦੇ ਨੇ ਪੰਜ, ਤੇ ਸਾਨੂੰ ਨਾ ਗਿਆਨ ਹੋਣ ਕਰਕੇ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਉਹਨਾਂ ਦਾ ਅੰਮ੍ਰਿਤ ਕੋਈ ਲੁੱਟ ਨਹੀਂ ਸਕਦਾ। ਕਰਮ ਹੈ ਅੰਮ੍ਰਿਤ ਤਸ ਕਰ ਲਈ, ਨੰਨਾ ਕਾਰਨਾ ਕੋਇ ਕਰੇ। ਹੁਣ ਉਹਨਾਂ ਤੋਂ ਜੋ ਸਾਡੇ ਤਸਕਰ ਨੂੰ ਲੁੱਟਦੇ ਨੇ, ਉਹਨਾਂ ਤੋਂ ਕੋਈ ਸਾਨੂੰ ਬਚਾਉਂਦਾ ਨਹੀਂ ਹੈ, ਕਿਉਂਕਿ ਕੋਈ ਬਚਾ ਨਹੀਂ ਸਕਦਾ ਗੁਰ ਦੇ ਗਿਆਨ ਤੋਂ ਬਿਨਾਂ ਸਾਨੂੰ ਇਹਨਾਂ ਤੋਂ। ਜੋ ਸਾਡਾ ਅੰਮ੍ਰਿਤ ਦੀ ਰਾਖੀ ਨਹੀਂ ਕੋਈ ਕਰ ਸਕਦਾ, ਕਿਉਂਕਿ ਇਹ ਲੁੱਟਦੇ ਨੇ। ਰਾਖੈ ਆਪ ਵਡਿਆਈ ਦੇਈ, ਜਿਨ੍ਹਾਂ ਨੂੰ ਫਿਰ ਆਪ ਰਖਵਾਲੀ ਕਰਦਾ ਹੈ ਉਹਨਾਂ ਨੂੰ ਵਡਿਆਈ ਦਿੰਦਾ ਹੈ। ਉਹਨਾਂ ਦਾ ਅੰਮ੍ਰਿਤ ਨਹੀਂ ਕੋਈ ਲੁੱਟ ਸਕਦਾ। ਲੇਕਿਨ ਜਿਹੜੇ ਜੀਵ ਉਸ ਤੋਂ ਬਾਹਰੇ ਨੇ, ਗੁਰ ਦੇ ਗਿਆਨ ਤੋਂ ਬਾਹਰੇ ਨੇ, ਉਹਨਾਂ ਦੇ ਅੰਮ੍ਰਿਤ ਨੂੰ ਫਿਰ ਇਹ ਲੁੱਟ ਲੈਂਦੇ ਨੇ। ਨੀਲ ਅਨੀਲ ਅਗਨ ਇਕਠਾਈ। ਹੁਣ ਪਰਮੇਸ਼ਰ ਤੇ ਅਗਨ ਮਾਇਆ, ਇਹ ਇੱਕੋ ਥਾਂ ਤੇ ਵਸਦੇ ਨੇ, ਰਮੇ ਨੇ ਦੋਨੋਂ। ਮਾਇਆ ਬ੍ਰਹਮ ਰਮੈ ਸਭ ਸੰਗ। ਮਾਇਆ ਅਗਨ ਹੈ ਤੇ ਬ੍ਰਹਮ ਹੈ ਨੀਲ ਅਨੀਲ ਅਗਨ, ਇਕੱਠੇ ਵਸਦੇ ਨੇ। ਜਲ ਨਿਵਰੀ ਗੁਰ ਬੂਝ ਬੁਝਾਈ। ਜਦੋਂ ਫਿਰ ਸਾਨੂੰ ਇਹ ਗਿਆਨ ਕੌਣ ਦਿੰਦਾ ਹੈ? ਗੁਰ ਜਦੋਂ ਲੈ ਕੇ ਸਾਨੂੰ ਅਸੀਂ ਕਮਾਉਂਦੇ ਹਾਂ, ਗੁਰ ਸਾਨੂੰ ਉਹ ਬੂਝ ਬੁਝਾ ਦਿੰਦਾ ਹੈ ਕਿ ਕਿਵੇਂ ਆਪਾਂ ਇਹਨਾਂ ਨੂੰ ਵੱਖ-ਵੱਖ ਕਰ ਲੈਣਾ ਹੈ। ਬ੍ਰਹਮ ਤੇ ਮਾਇਆ ਇਕੱਠੇ ਨੇ, ਤੇ ਉਸ ਨੂੰ ਆਪਾਂ ਕਿਵੇਂ ਅੱਡ ਕਰਨਾ ਹੈ। ਕਿਵੇਂ ਅਗਨ ਤੋਂ ਜਿਹੜਾ ਨਾਮ ਹੈ, ਮਾਇਆ ਤੋਂ ਨਾਮ ਨੂੰ, ਬ੍ਰਹਮ ਨੂੰ ਕਿਵੇਂ ਵੱਖ ਕਰਨਾ ਹੈ। ਉਦਾਹਰਨ ਸਾਨੂੰ ਦਿੱਤੀ ਹੈ ਕਿ ਜਿਵੇਂ ਦੁੱਧ ਹੈ, ਦੁੱਧ ਦੇ ਵਿੱਚ ਪਾਣੀ ਵੀ ਹੈ ਤੇ ਮੱਖਣ ਵੀ ਹੈ, ਦਹੀਂ ਵੀ ਹੈ, ਤਾਂ ਦਿਖਦਾ ਨਹੀਂ ਕਿ ਉਹ ਵੀ ਦੁੱਧ ਦੇ ਵਿੱਚ ਹੈ। ਲੇਕਿਨ ਹੰਸ ਹੈ, ਜੋ ਹੰਸ ਦੇ ਮਾਲਕ ਨੇ ਐਸਾ ਉਸ ਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਐਸਾ ਉਸਦੀ ਜੋ ਚੁੰਝ ਹੈ ਉਸ ਦੇ ਵਿੱਚ ਐਸਾ ਕੁਛ ਪਾਇਆ ਹੈ ਕਿ ਜਦੋਂ ਉਹ ਚੁੰਝ ਦੁੱਧ ਵਿੱਚ ਪਾਉਂਦਾ ਹੈ ਤਾਂ ਪਾਣੀ ਅੱਡ ਹੋ ਜਾਂਦਾ ਹੈ ਤੇ ਫੁੱਟ ਅੱਡ ਹੋ ਜਾਂਦੇ ਨੇ ਦਹੀਂ ਦੇ। ਤੇ ਜਿਹੜਾ ਹੰਸ ਹੈ ਉਹ ਦਹੀਂ ਖਾ ਲੈਂਦਾ ਹੈ, ਪਾਣੀ ਛੱਡ ਦਿੰਦਾ ਹੈ। ਏਦਾਂ ਹੀ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ ਹੈ, ਸਾਡੇ ਮਨ ਦੀ ਹੰਸ ਵਿਰਤੀ ਹੋ ਜਾਂਦੀ ਹੈ, ਤੇ ਉਹ ਇੱਥੇ ਧਿਆਨ ਲਗਾਉਂਦਾ ਹੈ, ਬ੍ਰਹਮ ਨੂੰ ਅੱਡ ਕਰ ਲੈਂਦਾ ਹੈ ਤੇ ਮਾਇਆ ਅੱਡ ਹੋ ਜਾਂਦੀ ਹੈ। ਤੇ ਨਾਮ ਨੂੰ ਧਿਆਉਂਦਾ ਹੈ ਤੇ ਮਾਇਆ ਤੋਂ ਧਿਆਨ ਨੂੰ ਤੋੜ ਲੈਂਦਾ ਹੈ। ਏਦਾਂ ਇਹ ਬਿਰਤੀ ਹੈ। ਪਰ ਇਹ ਕਦੋਂ ਹੁੰਦੀ? ਜਦੋਂ ਸਾਨੂੰ ਗੁਰ ਮਿਲ ਕੇ ਕਮਾਉਂਦੇ ਹਾਂ, ਗੁਰ ਲੈ ਕੇ ਅਸੀਂ ਕਮਾਉਂਦੇ ਹਾਂ, ਫਿਰ ਇਹ ਬੋਝ ਸਾਨੂੰ ਬੁਝਾਉਂਦਾ ਹੈ। ਮਨ ਦੇ ਲੀਆ ਰਹਸ ਗੁਣ ਗਾਈ। ਮਨ ਦਿੱਤਾ ਜਾਂਦਾ ਹੈ, ਫਿਰ ਉਸ ਮਾਲਕ ਤੋਂ ਇੱਕ ਖਜ਼ਾਨਾ ਲਿਆ ਜਾਂਦਾ ਹੈ ਗੁਣਾਂ ਦਾ, ਫਿਰ ਉਸ ਦੇ ਗੁਣ ਗਾਏ ਜਾਂਦੇ ਨੇ, ਕਿਉਂਕਿ ਕਿਸੇ ਕੀਮਤ ਤੇ ਆਪਾਂ ਨਹੀਂ। ਆਪਾਂ ਸਮਰਪਿਤ ਕਰਨਾ ਹੈ, ਮਨ ਸੌਂਪਣਾ ਹੈ, ਤੇ ਪ੍ਰਭੂ ਜਿਵੇਂ ਆਪਾਂ ਕਿਸੇ ਨੂੰ, ਕੋਈ ਨੌਕਰ ਮਾਲਕ ਨੂੰ ਆਪਣਾ ਸੌਂਪ ਦਿੰਦਾ ਹੈ, ਤਨ ਸੌਂਪ ਦਿੰਦਾ ਹੈ ਵੀ ਮੈਂ ਜੋ ਤੁਸੀਂ ਕਹੋਗੇ ਉਹ ਮੈਂ ਕਰਾਂਗਾ, ਆਗਿਆਕਾਰੀ ਹੋ ਜਾਂਦਾ ਹੈ। ਤੇ ਫਿਰ ਐਸੇ ਆਗਿਆਕਾਰੀ ਨੂੰ ਫਿਰ ਮਾਲਕ ਕੋਈ ਕਰਮ ਲਾਉਂਦਾ ਹੈ, ਉਹ ਕਰਮ ਕਰਦਾ ਹੈ। ਏਦਾਂ ਹੀ ਜਿਹੜੇ ਪ੍ਰਭੂ ਦੇ ਸੇਵਕ ਨੇ
ठाकुर दे सेवक ने वो भी आग्याकारी होंदे ने ते उन्हां नूं फिर गुण गाउण लाउंदा है। ठाकुर का सेवक आज्ञाकारी, ठाकुर का सेवक सदा पुजारी। ठाकुर के सेवक है मन प्रतीत, ठाकुर के सेवक की निर्मल रीत। ठाकुर को सेवक जाने संग, प्रभु का सेवक नाम कै रंग। सेवक को प्रपालन हारा, सेवक की राखे निरंकारा। सो सेवक जिस दया प्रभ धारै, नानक सो सेवक सास सास समारै। इदां जिन्हां ते दया करदा है ਉਹ ਮਨ ਆਪਣਾ ਸੌਂਪਦੇ ਨੇ, ਜਿਹਨੂੰ ਆਪਾਂ ਸਮਝਾਉਂਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਮਨ ਦੇ ਕੇ ਹੀ ਆਪਾਂ ਉਸ ਤੋਂ ਇੱਕ ਖਜ਼ਾਨਾ ਲੈ ਸਕਦੇ ਹਾਂ। ਆਪਾਂ ਵੇਚ ਕੇ, ਮੇਰੇ ਸਮਝਾਉਂਦੇ ਨੇ ਕਿ ਇਹ ਤਨ ਵੇਚੀ ਬੈ ਕਰੀ, ਜੇ ਕੋ ਲਏ ਬਿਕਾਏ। ਵੀ ਕੋਈ ਖਰੀਦਣ ਵਾਲਾ ਹੋਵੇ, ਇਹ ਤੇਰੇ ਤਨ ਨੂੰ ਅੱਗੇ ਪ੍ਰਭੂ ਤੱਕ ਵੇਚਣ ਵਾਲਾ ਕੋਈ ਹੋਵੇ, ਸੌਦਾ ਕਰਾਉਣ ਵਾਲਾ ਹੋਵੇ, ਤੂੰ ਆਪਣਾ ਤਨ ਵੇਚ ਕੇ ਉਸ ਪ੍ਰਭੂ ਨੂੰ ਸੌਂਪ ਦੇਈਂ ਤੇ ਉੱਥੇ ਬੱਚੇ ਸਾਨੂੰ ਕੀ ਮਿਲੇਗਾ? ਨਾਮ। ਕਿਉਂਕਿ ਜੇ ਸਾਡੇ ਮਨ ਦੇ ਵਿੱਚ ਨਾਮ ਨਹੀਂ ਵਸਿਆ ਤੇ ਸਾਡਾ ਤਨ ਜਿਹੜਾ ਹੈ ਬਿਰਥ ਹੈ। ਨਾਨਕ ਕੰਮ ਨ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਵੀ ਜਿਹਦੇ ਚ ਸੱਚਾ ਨਾਮ ਨਹੀਂ ਵਸਿਆ ਹਿਰਦੇ ਦੇ ਵਿੱਚ, ਉਹ ਤਨ ਕਿਸੇ ਅੱਗੇ ਕੰਮ ਨਹੀਂ ਆਉਂਦਾ। ਇਸ ਕਰਕੇ ਇੱਥੇ ਸਮਝਾਉਂਦੇ ਨੇ ਆਪਾਂ ਨੂੰ ਕਿ ਮਨ ਨੂੰ ਦੇ ਕੇ ਇਹ ਗੁਣਾ ਦਾ ਖਜ਼ਾਨਾ ਫਿਰ ਲਿਆ, ਫਿਰ ਜੀਵ ਗੁਣ ਗਾਉਂਦਾ ਹੈ। ਜੈਸਾ ਘਰ ਬਾਹਰ ਸੋ ਤੈਸਾ, ਫਿਰ ਸਾਨੂੰ ਸਾਰੇ ਪਾਸੇ ਮਾਲਕ ਦਿਸਦਾ ਹੈ। ਜਦੋਂ ਆਪਣੇ ਘਰ ਦੀ ਗੁਰ ਦਾ ਗਿਆਨ ਲੈ ਕੇ ਸਾਨੂੰ ਨਿਜ ਘਰ ਦੀ ਸੋਝੀ ਹੋ ਜਾਂਦੀ ਹੈ, ਨਿਜ ਘਰ ਦੇ ਵਿੱਚ ਆਪਾਂ ਪਹਿਚਾਣ ਲੈਂਦੇ ਹਾਂ, ਤੇ ਫਿਰ ਸਾਰੇ ਪਾਸੇ ਪਰਮੇਸ਼ਰ ਹੀ ਪਰਮੇਸ਼ਰ ਹੈ, ਜੋ ਕਿ ਪਵਿੱਤਰ ਹੈ। ਫਿਰ ਇੱਥੇ ਦੂਜਾ ਕੋਈ ਨਹੀਂ ਹੈ, ਸਾਰੇ ਪਾਸੇ ਆਪ ਹੈ। ਜਲ ਵਿੱਚ, ਥਲ ਵਿੱਚ, ਮਈਲ ਵਿੱਚ ਕੋਈ ਜਗ੍ਹਾ ਹੀ ਨਹੀਂ ਹੈ, ਕੋਈ ਹੈ ਹੀ ਨਹੀਂ ਕਿ ਦੂਜਾ ਹੋਈਏ। ਬੈਸ ਗੁਫਾ ਮਹਿ ਆਖੋ ਕੈਸਾ, ਤੇ ਗੁਫਾ ਦੇ ਵਿੱਚ ਵਾਸਾ ਕਰਨਾ, ਕਿਉਂਕਿ ਪ੍ਰਭੂ ਕਿੱਥੇ ਵਸਦਾ? ਸਹਿਜ ਗੁਫਾ 'ਚ। ਗੁਫਾ ਕੀ ਹੁੰਦੀ? ਕੋਈ ਚੀਜ਼ ਜਿੱਥੇ ਆਪਾਂ ਦੇਖ ਨਹੀਂ ਸਕਦੇ। ਪਹਾੜਾਂ ਦੇ ਵਿੱਚ ਗੁਫਾਵਾਂ ਹੁੰਦੀਆਂ ਨੇ, ਛੋਟੇ ਛੋਟੇ ਰਸਤੇ ਹੁੰਦੇ ਨੇ ਜਾਣ ਨੂੰ, ਜਿੱਥੇ ਜੀਵ ਬਹੁਤ ਔਖਾ ਚੁੱਕ ਕੇ ਪ੍ਰਵੇਸ਼ ਕਰਦਾ ਹੈ। ਏਦਾਂ ਹੀ ਇੱਥੋਂ ਜਦੋਂ ਆਪਾਂ ਪ੍ਰਵੇਸ਼ ਕਰਦੇ ਹਾਂ, ਸਹਿਜ ਗੁਫਾ ਦੇ ਵਿੱਚ ਜਾਂਦੇ ਹਾਂ, ਕਿਉਂਕਿ ਸਹਿਜ ਗੁਫਾ 'ਚੋਂ ਸਾਨੂੰ ਸਵਸਥ ਦੇ ਕੇ ਜਿੰਦਾ ਰੱਖਦਾ ਹੈ। ਸਾਰਿਆਂ ਨੂੰ, ਸਾਰੇ ਸੰਸਾਰ ਨੂੰ ਪਾਲਣਹਾਰ ਹੈ। ਤੇ ਆਪਾਂ ਸਹਿਜ ਗੁਫਾ 'ਚ ਜਾ ਕੇ ਉਸ ਦੇ ਵਿੱਚ ਸਮਾਉਣਾ ਹੈ, ਉਸ ਦੀ ਭਗਤੀ ਦੇ ਵਿੱਚ ਲੱਗਣਾ ਹੈ, ਉਸ ਦੇ ਨਾਲ ਪਿਆਰ ਕਰਨਾ ਹੈ। ਕਿਉਂਕਿ ਜਦ ਤੱਕ ਸਾਤੋਂ ਆਪਣਾ ਗਿਆਨ ਨਹੀਂ ਕਰਵਾਉਂਦਾ, ਸਾਨੂੰ ਬੁਲਾਉਂਦਾ ਨਹੀਂ, ਆਪਾਂ ਬੋਲ ਨਹੀਂ ਸਕਦੇ। ਗੂੰਗੇ ਹੋਣਾ ਹੈ। ਫਿਰ ਜਦੋਂ ਉਹ ਬੁਲਾਏਗਾ ਸਾਨੂੰ, ਫਿਰ ਆਪਾਂ ਬੋਲਾਂਗੇ। ਉਦੋਂ ਤੱਕ ਨਹੀਂ ਜਦ ਤੱਕ ਆਪ ਬੁਲਾਉਂਦਾ ਨਹੀਂ ਹੈ। ਸਾਗਰ ਡੂਗਰ ਨਿਰਭਉ ਐਸਾ, ਸਾਗਰ ਕਹਿ ਦਿੰਦੇ ਸਮੁੰਦਰ ਨੂੰ, ਡੂਗਰ ਕਹਿ ਦਿੰਦੇ ਬਹੁਤ ਡੂੰਘਾ। ਵੀ ਜਿੱਦਾਂ ਸਮੁੰਦਰ ਜਿਹੜਾ ਅਥਾਹ ਸਮੁੰਦਰ ਹੁੰਦਾ ਹੈ, ਜਿਸ ਤੇ ਆਪਾਂ ਕੋਈ ਉਸ ਦੀਆਂ ਡੂੰਘਾਈਆਂ ਦਾ ਅਨੁਮਾਨ ਨਹੀਂ ਲਗਾ ਸਕਦੇ, ਜਿਸ ਦਾ ਕੋਈ ਆਪਾਂ ਅੰਤ ਨਹੀਂ ਪਾ ਸਕਦੇ, ਪਾਰਾਵਾਰ ਨਹੀਂ ਪਾ ਸਕਦੇ, ਏਦਾਂ ਪਰਮੇਸ਼ਰ ਵੀ ਬੇਅੰਤ ਹੈ। ਉਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਜਿਵੇਂ ਇੱਕ ਮਛਲੀ ਕਹੇ ਵੀ ਮੈਂ ਸਮੁੰਦਰ ਦਾ ਅੰਤ ਪਾ ਲਵਾਂਗੀ, ਨਹੀਂ ਪਾ ਸਕਦੀ। ਹਾਂ, ਸਮੁੰਦਰ ਦੇ ਵਿੱਚ ਰਹਿ ਕੇ ਪਾਣੀ ਦਾ ਆਨੰਦ ਮਾਣ ਸਕਦੀ ਹੈ, ਆਪਣਾ ਜੀਵਨ ਨਿਰਵਾਹ ਕਰ ਸਕਦੀ ਹੈ ਆਨੰਦ ਦੇ ਵਿੱਚ, ਲੇਕਿਨ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਏਦਾਂ ਹੀ ਆਪਣਾ ਜੋ ਪਰਮੇਸ਼ਰ ਹੈ, ਨਿਰੰਕਾਰ ਹੈ, ਆਪਾਂ ਉਸ ਦੇ ਆਨੰਦ ਨੂੰ ਮਾਣ ਸਕਦੇ ਹਾਂ,
ਗੁਫਾ 'ਚ ਜਾ ਕੇ ਉਸ ਨੂੰ ਮਾਣ ਸਕਦੇ, ਫਿਰ ਬਾਹਰ ਵੀ ਪ੍ਰਗਟ ਹੋ ਜਾਂਦਾ, ਹਰ ਥਾਂ ਉਹੀ ਹੈ। ਲੇਕਿਨ ਜੇ ਆਪਾਂ ਕਹੀਏ ਵੀ ਅਸੀਂ ਉਸ ਦਾ ਅੰਤ ਪਾ ਲਵਾਂਗੇ, ਨਹੀਂ ਪਾ ਸਕਦੇ, ਕਿਉਂਕਿ ਬੇਅੰਤ ਹੈ, ਨਿਰਭਉ ਹੈ, ਨਿਰਵੈਰ ਹੈ, ਕਰਤਾ ਪੁਰਖ ਹੈ, ਸਾਨੂੰ ਪੈਦਾ ਕਰਨ ਵਾਲਾ ਹੈ, ਪਾਲਣਹਾਰ ਹੈ। ਕਿਸੇ ਨਾਲ ਉਸ ਦਾ ਵੈਰ ਨਹੀਂ ਹੈ, ਕਿਸੇ ਦਾ ਡਰ ਨਹੀਂ ਹੈ, ਕਿਸੇ ਜੂਨਾਂ ਦੇ ਵਿੱਚ ਨਹੀਂ ਆਉਂਦਾ, ਪਵਿੱਤਰ ਹੈ, ਤ੍ਰੈ ਗੁਣਾਂ ਤੋਂ ਨਿਰਲੇਪ ਹੈ। ਉਸ ਨੂੰ ਆਪਾਂ ਦੇਖ ਸਕਦੇ ਹਾਂ, ਪਰ ਉਸ ਦਾ ਅੰਤ ਨਹੀਂ ਪਾ ਸਕਦੇ, ਉਸ ਦੇ ਆਨੰਦ ਨੂੰ ਮੰਨ ਸਕਦੇ ਹਾਂ। ਜਿਵੇਂ ਸਾਨੂੰ ਦੱਸਦੇ ਨੇ ਵੀ ਜਿਵੇਂ ਇੱਕ ਗੂੰਗਾ ਮਠਿਆਈ ਖਾ ਕੇ ਦੱਸ ਨਹੀਂ ਸਕਦਾ, ਏਦਾਂ ਅਸੀਂ ਵੀ ਇੱਕ ਵਾਰ ਉਸ ਦੇ ਦਰਸ਼ਨ ਕਰਕੇ ਉਸ ਨੂੰ ਜਾਣ ਕੇ ਮਨ ਗੂੰਗਾ ਹੋ ਜਾਂਦਾ ਹੈ, ਤੇ ਫਿਰ ਗੂੰਗੇ ਨੂੰ ਆਪ ਪ੍ਰਭੂ ਬੁਲਾਉਂਦਾ ਹੈ। ਸੁਣੈ ਗੁੰਗ ਜੋ ਜਾਏ ਸੁਰਸ ਨਾ ਪਾਵੇ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵੇ। ਫਿਰ ਅਸਲੀ ਸਾਨੂੰ ਸਿਆਣਪ ਆਉਂਦੀ ਹੈ ਜਦੋਂ ਅਸੀਂ ਮੂਰਖ ਬਣ ਕੇ ਸੁਣਦੇ ਹਾਂ। ਮੂਏ ਕਹੋ ਕਹੋ ਮਾਰੇ ਕੌਣ। ਜਦੋਂ ਮਨ ਸਮਾ ਜਾਂਦਾ ਉਸ ਦੇ ਵਿੱਚ, ਮਨ ਨੂੰ ਕਹਿ ਦਿੱਤਾ ਮਰ ਗਿਆ। ਜਿਹੜਾ ਜੀਵ ਇੱਕ ਵਾਰੀ ਮਰ ਗਿਆ ਉਸ ਨੂੰ ਕੌਣ ਮਾਰ ਸਕਦਾ ਹੈ ਦੁਬਾਰਾ, ਕਿਉਂਕਿ ਮਰੇ ਨੂੰ ਕੋਈ ਨਹੀਂ ਮਾਰ ਸਕਦਾ ਜੋ ਮਰ ਹੀ ਗਿਆ। ਏਦਾਂ ਹੀ ਜਦੋਂ ਸਾਡਾ ਮਨ ਮਰ ਗਿਆ ਤੇ ਉਸ ਨੂੰ ਪਾ ਲਿਆ, ਉਸ ਵਿੱਚ ਸਮਾ ਗਿਆ, ਫਿਰ ਸਾਡਾ ਮਨ ਦਾ ਡਰ ਵੀ ਖਤਮ ਹੋ ਜਾਂਦਾ ਹੈ, ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ। ਨਿਡਰੇ ਕੋ ਕੈਸਾ ਡਰ ਕਵਨ। ਜਦੋਂ ਮਨ ਮਰ ਗਿਆ ਤੇ ਕਿੱਥੇ ਜਾ ਕੇ ਸਮਾ ਗਿਆ? ਪ੍ਰਭੂ ਦੇ ਵਿੱਚ। ਪ੍ਰਭੂ ਨਿਰਭਉ ਹੈ। ਜਿਹੜਾ ਨਿਡਰ ਹੈ, ਨਿਰਭਉ ਹੈ, ਉਸ ਨੂੰ ਫਿਰ ਕਿਸ ਦਾ ਡਰ ਹੋ ਸਕਦਾ ਹੈ? ਕਿਉਂਕਿ ਡਰ ਕਦੋਂ ਹੈ? ਜਦੋਂ ਸਾਡੀ ਵੱਖਰੀ ਹੋਂਦ ਹੈ। ਜਦੋਂ ਮਨ ਮਰ ਕੇ ਉਸ ਪ੍ਰਭੂ ਸਮਾ ਜਾਂਦਾ ਹੈ, ਉਸ ਨੂੰ ਜਾਣਦਾ, ਉਸ ਨੂੰ ਦੇਖਦਾ ਹੈ, ਉਸ ਤੋਂ ਖਜ਼ਾਨਾ ਲੈ ਕੇ ਗੁਣ ਗਾਉਂਦਾ ਹੈ, ਫਿਰ ਉਸ ਨੂੰ ਵੀ ਡਰ ਨਹੀਂ ਹੈ, ਕਿਉਂਕਿ ਉਹ ਤਾਂ ਮਰ ਚੁੱਕਾ ਹੈ, ਉਹ ਚ ਸਮਾ ਚੁੱਕਾ ਹੈ। ਸ਼ਬਦ ਪਛਾਨੈ ਤੀਨੈ ਪਾਉਣ। ਵੀ ਜਦੋਂ ਸ਼ਬਦ ਦੁਆਰਾ ਗਿਆਨ ਲੈ ਲਿਆ, ਪਹਿਚਾਨ ਲਿਆ, ਜੋਤ ਨੂੰ ਪਹਿਚਾਨ ਲਿਆ, ਤ੍ਰੈ ਭਵਨਾਂ ਦੇ ਵਿੱਚ ਵੀ ਪਰਮੇਸ਼ਰ ਹੈ, ਚੌਥੇ ਪਦ ਵਿੱਚ ਤਾਂ ਹੈ ਹੀ, ਲੇਕਿਨ ਸਾਡਾ ਮਨ ਜਿਹੜਾ ਤ੍ਰੈ ਗੁਣਾਂ ਵਿੱਚ ਆਉਂਦਾ ਹੈ, ਇਸ ਕਰਕੇ ਅਸੀਂ ਚੌਥੇ ਪਦ ਨੂੰ ਭੁੱਲ ਗਏ। ਲੇਕਿਨ ਜਦੋਂ ਅਸੀਂ ਗਿਆਨ ਲੈ ਲਿਆ, ਫਿਰ ਤ੍ਰੈ ਗੁਣਾਂ 'ਚ ਵੀ ਉਹੀ ਹੈ, ਚੌਥੇ ਪਦ ਵਿੱਚ ਫਿਰ ਕੋਈ ਜਗ੍ਹਾ ਹੀ ਨਹੀਂ ਜਿੱਥੇ ਉਹ ਨਹੀਂ ਹੈ। ਇਸ ਕਰਕੇ ਫਿਰ ਸਾਨੂੰ ਡਰ ਨਹੀਂ ਹੈ। ਆਪਾਂ ਦੇਖਦੇ ਹਾਂ ਕਿ ਜਦੋਂ ਇੱਕ ਕੋਈ ਬੱਚਾ ਹੈ, ਛੋਟਾ ਬੱਚਾ ਹੈ, ਉਹ ਆਪਣੇ ਮਾਂ ਬਾਪ ਦੇ ਨਾਲ ਹੈ, ਉਸ ਨੂੰ ਕੋਈ ਡਰ ਨਹੀਂ ਹੈ, ਕਿ ਉਸ ਨੂੰ ਆਪਣੇ ਮਾਂ ਬਾਪ ਤੇ ਇੰਨਾ ਭਰੋਸਾ ਹੈ। ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਫਿਰ ਸਾਨੂੰ ਭਰੋਸਾ ਨਹੀਂ ਰਹਿੰਦਾ, ਫਿਰ ਅਸੀਂ ਮਾਂ ਬਾਪ ਦੇ ਕੋਲ ਵੀ ਡਰਦੇ ਰਹਿੰਦੇ ਹਾਂ ਕਿ ਇਹ ਨਾ ਹੋ ਜਾਵੇ। ਲੇਕਿਨ ਜਦੋਂ ਬੱਚਾ ਹੈ ਛੋਟਾ, ਉਸ ਨੂੰ ਐਡਾ ਮਾਣ ਹੁੰਦਾ ਆਪਣੇ ਮਾਂ ਬਾਪ ਤੇ ਕਿ ਜਦੋਂ ਉਹ ਮਾਂ ਬਾਪ ਦੇ ਨਾਲ ਹੈ, ਉਸ ਨੂੰ ਕੋਈ ਡਰ ਨਹੀਂ ਹੈ। ਏਦਾਂ ਹੀ ਜਦੋਂ ਅਸੀਂ ਆਪਣੇ ਪ੍ਰਭੂ ਨੂੰ, ਆਪਣੇ ਅਸਲੀ ਮਾਂ ਬਾਪ ਨੂੰ, ਮਾਤਾ ਪਿਤਾ ਨੂੰ ਦੇਖਦੇ ਹਾਂ, ਉਸ ਦੇ ਨਾਲ ਰਹਿੰਦੇ ਹਾਂ, ਸਾਡਾ ਵੀ ਡਰ ਜਿਹੜਾ ਹੈ ਖਤਮ ਹੋ ਜਾਂਦਾ ਹੈ, ਮਨ ਦਾ ਡਰ ਖਤਮ ਹੋ ਜਾਂਦਾ ਹੈ, ਕਿਉਂਕਿ ਆਪਾਂ ਉਸ ਦੀ ਸ਼ਰਨ ਦੇ ਵਿੱਚ ਰਹਿੰਦੇ ਹਾਂ, ਉਸ ਨੂੰ ਦੇਖਦੇ ਹਾਂ। ਜਿਨ ਕਹਿਆ ਤਿਨ ਕਹਿਨ ਬਖਾਨਿਆ। ਹੁਣ ਫਿਰ ਜਿਨ੍ਹਾਂ ਨੂੰ ਮਾਲਕ ਹੁਕਮ ਕਰਦਾ ਹੈ ਕਿ ਤੁਸੀਂ ਹੁਣ ਜਾ ਕੇ ਦੂਜੇ ਜੀਵਨ ਨੂੰ ਗਿਆਨ ਦੇਵੋ। ਜਦੋਂ ਅਸੀਂ ਗੂੰਗੇ ਹੋ ਜਾਂਦੇ ਹਾਂ, ਉਸ ਪ੍ਰਭੂ ਦੇ ਉੱਥੇ ਵਾਸਾ ਕਰ ਲੈਂਦੇ ਹਾਂ, ਸਦਾ ਉਸ ਨੂੰ ਦੇਖਦੇ ਹਾਂ, ਫਿਰ ਆਪ ਹੁਕਮ ਕਰਦਾ ਹੈ ਕਿ ਹੁਣ ਤੁਸੀਂ ਜਾ ਕੇ ਦੂਜਿਆਂ ਨੂੰ ਦੱਸੋ। ਫਿਰ ਉਹ ਆ ਕੇ ਸੰਸਾਰ 'ਚ ਕਹਿੰਦੇ ਨੇ, ਵਿਖਿਆਨ ਕਰਦੇ ਨੇ। ਜਿੰਨੇ ਧਰਮ ਗ੍ਰੰਥ ਨੇ ਸੰਸਾਰ ਦੇ ਵਿੱਚ, ਅਵਤਾਰ ਆਏ, ਰਿਸ਼ੀ ਮੁਨੀ ਆਏ, ਕਿੰਨੇ ਜੀਵ ਆਏ,
ਉਹਨਾਂ ਨੂੰ ਜਦੋਂ ਪਰਮੇਸ਼ਰ ਨੇ ਹੁਕਮ ਦਿੱਤਾ ਕਿ ਹੁਣ ਤੁਸੀਂ ਲੋਕਾਂ ਨੂੰ ਗਿਆਨ ਦੇਵੋ, ਮੇਰੇ ਬਾਰੇ ਦੱਸੋ, ਮੇਰੀ ਸੋਝੀ ਦੇਵੋ, ਮੇਰੇ ਮਿਲਾਪ ਦਾ ਰਸਤਾ ਦੱਸੋ, ਫਿਰ ਉਹਨਾਂ ਨੇ ਸੰਸਾਰ ਦੇ ਵਿੱਚ ਦੱਸਣਾ ਸ਼ੁਰੂ ਕੀਤਾ, ਗਿਆਨ ਦੇਣਾ ਸ਼ੁਰੂ ਕੀਤਾ ਉਸ ਪ੍ਰਭੂ ਦੇ, ਕਿ ਉਸ ਪ੍ਰਭੂ ਦੇ ਸਾਡੇ ਵਾਸਤੇ ਕੀ ਹੁਕਮ ਨੇ। ਉਹ ਪ੍ਰਭੂ ਕਿਹੋ ਜਿਹਾ ਹੈ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਰਹਿਮਤ ਫਰਮਾਉਣ ਵਾਲਾ ਹੈ, ਉਹ ਇੱਕ ਬੰਦਗੀ ਦੇ ਪੂਜਾ ਦੇ ਲਾਇਕ ਹੈ, ਇਸ ਤੋਂ ਬਿਨਾਂ ਦੂਜਾ ਪੂਜਾ ਦੇ ਲਾਇਕ ਨਹੀਂ ਹੈ। ਸਿਰਫ ਤੇ ਸਿਰਫ ਇੱਕ ਪਰਮੇਸ਼ਰ ਹੀ ਪੂਜਣ ਦੇ ਯੋਗ ਹੈ, ਜੋ ਸਾਡਾ ਸਾਰਿਆਂ ਦਾ ਪਾਲਣਹਾਰ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦੀ ਰਖਵਾਲੀ ਕਰਦਾ ਹੈ। ਅਸੀਂ ਸੁੱਤੇ ਹਾਂ, ਜਾਗਦੇ ਹਾਂ, ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਤੇ ਫਿਰ ਸਾਨੂੰ, ਜੇ ਅਸੀਂ ਉਸ ਦੇ ਨਾਲ ਜੁੜ ਜਾਂਦੇ ਹਾਂ, ਉਸ ਦੇ ਸ਼ਰਨ ਦੇ ਵਿੱਚ ਰਹਿੰਦੇ ਹਾਂ, ਜਿਸ ਨੇ ਸਾਨੂੰ ਆਦ ਵਿੱਚ ਰਾਖੀ ਕੀਤੀ, ਮਾਤਾ ਦੇ ਗਰਭ ਦੇ ਵਿੱਚ ਪਾਲਿਆ ਹੈ, ਇੱਥੇ ਜਨਮ ਲਿਆ, ਆਉਂਦੇ ਨੂੰ ਦੁੱਧ ਮਿਲਿਆ, ਭੋਜਨ ਮਿਲਿਆ, ਪਰਿਵਾਰ ਪ੍ਰਾਪਤ ਹੋਇਆ, ਧੀਆਂ ਪੁੱਤਰ, ਗ੍ਰਹਿਸਥ ਮਾਰਗ, ਸਭ ਕੁਛ ਤਾਂ ਹੀ ਹੈ ਜੇ ਉਸਨੇ ਪੈਦਾ ਕੀਤੇ ਨੇ। ਤੇ ਅੰਤ ਸਮੇਂ ਫਿਰ ਸਾਡੀ ਰਖਵਾਲੀ ਕਰਦਾ ਹੈ। ਉਸ ਦੇ ਨਾਲ ਹੀ ਆਪਾਂ ਪਿਆਰ ਕਰਨਾ ਹੈ, ਜਿੱਥੇ ਦੂਜਾ ਕੋਈ ਸਮਰੱਥ ਨਹੀਂ ਹੈ। ਮਾਤਾ ਦੇ ਗਰਭ ਦੇ ਵਿੱਚ ਸਾਡੀ ਰਖਵਾਲੀ, ਸਾਨੂੰ ਪਾਲਣਹਾਰ ਆਪ ਹੈ, ਜਿੱਥੇ ਕੋਈ ਸਾਡੀ ਰਖਵਾਲੀ ਨਹੀਂ ਕਰ ਸਕਦਾ। ਅੰਤ ਸਮੇਂ ਫਿਰ ਜਦੋਂ ਸਾਰਿਆਂ ਨੇ ਸਾਡਾ ਸਾਥ ਛੱਡ ਜਾਣਾ ਹੈ, ਇੱਥੇ ਤੱਕ ਸਾਡੇ ਸਰੀਰ ਨੇ ਵੀ ਸਾਡਾ ਸਾਥ ਛੱਡ ਜਾਣਾ ਹੈ, ਉੱਥੇ ਫਿਰ ਸਾਡੀ ਰਖਵਾਲੀ ਆਪ ਕਰਦਾ ਹੈ। ਉਸ ਦੇ ਨਾਲ ਆਪਾਂ ਪਿਆਰ ਕਰਨਾ ਹੈ। ਆਦ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਕਹਿੰਦੇ ਉਹਦੇ ਨਾਲ ਪ੍ਰੀਤ ਨਹੀਂ ਪਾਉਂਦਾ ਮੂਰਖ, ਜਿਹੜਾ ਆਦ ਵਿੱਚ ਵੀ ਰੱਖਦਾ, ਅੰਤ ਸਮੇਂ ਫਿਰ ਰੱਖਦਾ ਹੈ। ਪਰ ਜਿਨ੍ਹਾਂ ਨੇ ਉਹਦੀ ਸ਼ਰਨ ਚ ਰਹਿੰਦੇ ਨੇ, ਉਹਨਾਂ ਨੂੰ ਫਿਰ ਕਹਿੰਦਾ, ਹੁਕਮ ਕਰਦਾ ਵੀ ਤੁਸੀਂ ਦੱਸੋ। ਫਿਰ ਉਹ ਉਹਦੇ ਬਾਰੇ ਕਹਿੰਦੇ ਨੇ, ਜਿਨ ਬੂਝਿਆ ਤਿਨ ਸਹਿਜ ਪਛਾਨਿਆ। ਜਿਹਨੇ ਬੁੱਝ ਲਿਆ, ਉਸਨੇ ਉਸ ਨੂੰ ਪਹਿਚਾਣਿਆ, ਫਿਰ ਉਹਦੇ ਬਾਰੇ ਕਹਿੰਦੇ ਨੇ, ਦੇਖ ਵਿਚਾਰ ਮੇਰਾ ਮਨ ਮੰਨਿਆ। ਫਿਰ ਜਿਹੜੇ ਜੀਵ ਸੁਣਦੇ ਨੇ, ਵਿਚਾਰ ਦੁਆਰਾ ਗਿਆਨ ਲੈਂਦੇ ਨੇ, ਜਿਨ੍ਹਾਂ ਦਾ ਫਿਰ ਮਨ ਮੰਨ ਜਾਂਦਾ ਹੈ, ਉਹ ਉਸ ਨੂੰ ਜਾਣ ਲੈਂਦੇ ਨੇ। ਕਿਉਂਕਿ ਜਿਹੜਾ ਮੰਨਣਾ ਹੈ, ਇੱਕ ਸੁਣਨਾ ਹੈ, ਇੱਕ ਸੁਣ ਕੇ ਮੰਨਣਾ ਹੈ। 4 ਪੌੜੀਆਂ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਨੇ, ਭਗਤਾਂ ਦੀ ਗੱਲ ਸੁਣਨ ਦੀਆਂ ਨੇ। ਫਿਰ 4 ਪੌੜੀਆਂ ਮੰਨਣ ਦੀਆਂ ਨੇ। ਮਹਾਰਾਜ ਸਮਝਾਉਂਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਮੰਨਿਆ ਫਿਰ ਮੰਨ ਕੇ ਪਾਉ ਕਰਨਾ ਹੈ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਲਾਓ। ਏਦਾਂ ਫਿਰ ਵਿਚਾਰ ਨੂੰ, ਵਿਚਾਰ ਕਿਉਂਕਿ ਜਿਹੜਾ ਗਿਆਨ ਹੈ ਇਹ ਨੇਤਰਾਂ ਦੇ ਵਿੱਚ, ਇੱਥੇ ਸੁਣਨ ਵੀ ਕਹਿ ਦਿੰਦੇ ਵੀ ਸੁਣ ਕੇ ਵਿਚਾਰ ਮੇਰਾ ਮੰਨੇ, ਲੇਕਿਨ ਗਿਆਨ ਜਿਹੜਾ ਹੈ ਨੇਤਰਾਂ 'ਚ ਪਾਇਆ ਜਾਂਦਾ, ਇਸ ਕਰਕੇ ਦੇਖਣ ਦਾ ਅਭਿਆਸ ਹੈ। ਜਿਨ੍ਹਾਂ ਨੇ ਇੱਕ ਵਾਰੀ ਦੇਖਿਆ, ਗੁਰ ਨੂੰ ਸਮਝਿਆ, ਨੇਤਰਾਂ ਦੁਆਰਾ ਗਿਆਨ ਲਿਆ ਕਿ ਕਿਵੇਂ ਆਪਾਂ ਧਿਆਨ ਦੁਆਰਾ ਜਾਣਾ ਹੈ ਗੁਫਾ ਦੇ ਵਿੱਚ, ਜਿਨ੍ਹਾਂ ਨੇ ਉਸ ਨੂੰ ਮੰਨ ਲਿਆ, ਉਹ ਫਿਰ ਉਸ ਪ੍ਰਭੂ ਦੇ ਵਿੱਚ ਸਮਾ ਜਾਂਦੇ ਨੇ, ਅਡੋਲ ਹੋ ਜਾਂਦੇ ਨੇ। ਕੀਰਤ ਸੂਰਤ ਮੁਕਤ ਇਕ ਨਾਈ। ਪ੍ਰਭੂ ਦੀ ਕੀਰਤ ਸੂਰਤ, ਜੋ ਸਾਡੇ ਮਨ ਦੀ ਸੂਰਤ, ਕਿਉਂਕਿ ਸਾਰਿਆਂ ਦੀ ਇੱਕ ਸੂਰਤ ਹੈ, ਸਾਡਾ ਸਾਰਿਆਂ ਦਾ ਇੱਕੋ ਸਰੂਪ ਹੈ, ਇੱਕ ਹੀ ਸਾਸੀ ਭਗਤੀ ਹੈ, ਉਹ ਨਾਮ ਦਾ ਗਿਆਨ ਹੈ, ਜਿਹਦੇ ਦੁਆਰਾ ਮੁਕਤੀ ਮਿਲਦੀ ਹੈ। ਸਾਰੇ ਆਪਾਂ ਜਿੰਨੇ ਵੀ ਜੀਵ ਹਾਂ, ਸਾਰਿਆਂ ਦੇ ਵਿੱਚ ਇੱਕ ਹੀ ਸੁਰਤੀ ਹੈ, ਕੋਈ ਵੀ ਸੁਰਤੀ ਤੋਂ ਬਿਨਾਂ ਨਹੀਂ ਹੈ।
महाराज समझाउंदे ने, एका सुरत जेते सब जी, सुरत बिहूणा कोय ना की। भी कोई भी सुरती तो बिना नहीं, सारे च इको ही सुरती है, इको सुरत है साडी सारियां दी, एक है रूप अनूप स्वरूप। जिन्ना भी मनुख है, मनुख जाति है, मनुख जिस दे विच पुरुष है, औरत है, जां किन्नर भी हो सकता है, कोई भी, क्योंकि एक तो एक कपड़ा है माया दा। लेकिन सूरत जिहड़ी साडी सारियां दी इको है, एक ही सुरती है, ते एक ही असीं सारियां ने सेवा करनी हुंदी है। तहीं निरंजन रहा समाई। जदों ये ज्ञान कर लेंदे हैं, सानू सुरती का ज्ञान हो जाता है, साडा असली रूप सूरत प्रगट हो जाती है, मन मुक्त हो जाता है, ते फिर वो मन समाउंदा है प्रभु दे विच, ते फिर उत्थे मालक दा वासा है। तहीं निरंजन रहा समाई, निज कर व्याप रहा निज ठाई। वो फिर जरा किथे जिथे वो समाया है, जिथे जाके साडा मन समाउंदा है, प्रकाश रूप हो जाता है, निराकार रूप हो जाता है, ओही साडा निज कर है। निज थां निज महल जिसनू क्या है, निज कर व्याप रहा निज ठाई। उस्तत करे केते मुन प्रीत। फिर उत्थे उस्तत करते ने, एक नहीं बहुत सारे प्यार नाल उस्तत होती है, प्रीत करते ने उस प्रभु दे नाल। मुन मुन किसनू क्या है गुरबानी दे विच, सो मुन मन की दुबदा खाए। जिसने मन की जिहड़ी दुचित्ती नू खत्म कर दिता है, जिसकी दुबदा दा नाश हो गया है, जिसके अंदरों भरम खत्म हो गया है, वो मुन है, क्योंकि उसनू मालक प्रगट हो जाता है, तो उस नाल प्रीत करता है, ते प्रीत करके ही दूजिਆਂ नू ज्ञान देता है। क्योंकि जब तक साडी प्रीत ही नहीं है उस प्रभु नाल, जे असीं उस दियां गल्लां करदे हां, सिर्फ कूड़ दियां गल्लां करदे हां। जो महाराज समझाउंदे ने, बिन प्रीति करे बहु बातां, कूड़ करे वडियाई। भी बिना प्रेम तो जे असीं उस दियां गल्लां करदे, हो कूड़ दियां गल्लां ने सारियां। इत्थे जिहड़े जी फिर उस्तत करदे ने, पहला उस नाल प्रीत पाउंदे ने, मन दा अपनी दुचित्ती खत्म हुंदी है, परम खत्म हुंदा है, फिर जाके उसकी उस्तत हुंदी है। तन मन सूचै साच सुचीत। उत्ते तन भी साडा फिर सुच्चा है, मन भी सुच्चा है, ते क्योंकि चित्त दे विच आप मालक वसिया होया है। नानक हर भज नीता नीत। ऐदां फिर ओ जीव हरि नू भजदे ने, हर समय उस दे विच रते रहंदे ने, हर समय उसकी उस्तत करते ने, सिफसला करते ने। ते जे कोई ज्ञान लेना चाहता है, उस बारे जानना चाहता है, उसनू ज्ञान देते ने, उसनू दसते ने, क्योंकि उसनू हुक्म है, पालक ने उन्होंने हुक्म दिता है। कोई समा सी जदों कोई कोई जीव हुंदा सी, ते जिहड़ा कलयुग है, कलयुग दे विच सानू जिहड़ी भविखबाणी कीती हुई है गुरबाणी दे विच, सतगुरां ने उस विच दस्सिया है कि एक नहीं करोड़ा होणगे जिहड़े उस प्रभु दे गुणां नूं गाउणगे, उस दे रस नूं माणनगे। कई कोट नाम गुण गावै, आत्म रस सुख सह समावै। भी करोड़ा जीव होणगे, कई करोड़ा आउण वाला समा जिहड़ा है, क्योंकि सारे उहदे हुक्म दे विच आ जाणगे। एक दिन कोई भी आकी नहीं रहेगा, सारे उसनूं जानणगे, सारे उसकी सिफत सलाह करनगे, उसकी उस्तत होएगी। जो ग्रंथां दे विच दस्सिया है कि अगे आउण वाला समा जिहड़ा है,
फिर सतयुग का समा आएगा। सो आओ हुण आपां नाल नाल अभ्यास करिए, क्योंकि एक ही शब्द विचारिया जाना है, लंबे शब्द ने ये। आओ हुण आपां नाल नाल सहज गुफा दे विच जाना है, ते उत्थे सिर्फ ध्यान ही लाउणा हुंदा है, प्यार ही पाउणा है। पहला उदों तक आपां प्यार पाउणा है जदों तक सानू आप नहीं बुलाउंदा। बस हुक्म दे विच रहना है। फिर सानू बुलाएगा, फिर आपां बोलांगे, फिर आपां चुप नहीं कर सकते। किवें आपां ध्यान लाउणा है, जो आपां जी हर रोज़ तकरीबन वही हुंदे ने। कोई हो सकदा कोई नवां जीव होवे ते उस दे समझण वास्ते आपां हर रोज़ दसदे हाँ, जुगती दसदे हाँ, तां कि वो भी समझ लवे कि मन साडा नेत्रा दे विच है, जो साडे शरीर च सब ते उच्ची थां है। सानू उस स्थान ते बिठाया है परमेश्वर ने, नेत्रा दे विच। ते नेत्र दो ने, इस करके दुचित्ती दे विच मन हो गया है, दुबदा है, दो हो गया है, दो जोता हो गया है। इन दोनों नू फिर आपां इस पॉइंट ते एक कर लेना है। इत्थे जिवें आपां देखदे हां, ये सूरज इधरला सूरज है, चंद्रमा है, इन्हां दोनों दी इत्थे गंढ पाउणी है। वो कहते चंद सूरज की पाए गंढ। इस पॉइंट ते आपां दृष्टि नू फोकस करना है, अपने आप नू देखना है इस पॉइंट ते। की देखना है कि जे सानू नक दिसदा है तां असीं दो दृष्ट हाँ। जे इत्थे ध्यान लाउण दे नाल सानू नक नज़र नहीं आउंदा ते फिर आपां एक दृष्ट हाँ। जे दिसदा है फिर आपां ये भी देखना किस पासों देदा, सज्जे खब्बे जां दवल्लों, क्योंकि सज्जे पासे तमोगुण है, इधर रजोगुण है, विचाले सतोगुण है। इन्ना अपने आप नू परखना है। जेड़े नवे पुराने जीव ने उन्हें अपने प्रकाश रूप के दर्शन करने, क्योंकि अपने आप नू ही देख लिया ते आपां उस प्रभु नू जान लवांगे। अपने आप प्रकाश रूप नू पहचान लिया ते फिर आपां उसे दा ही रूप हाँ, क्योंकि परमेश्वर भी प्रकाश रूप थे, अपना भी प्रकाश रूप। जिन्होंने महाराज समझाउंदे ने, नानक गुरमुख आप पछाणै प्रभ जैसे अविनाशी। सो इस तो बाद अपने आप नू परखण तो बाद फिर आप आवाज़ देवांगे कि ध्यान सामने लैके आओ, मेरे वाल देख लो। कि मैं पहले इस पॉइंट ते फोकस करके अपने आप नू देखांगे। इतों मैं आवाज़ देऊँ कि ध्यान सामने लैके आओ, आप सामने देखना है। फिर आवाज़ देवांगे कि ध्यान नू मस्तक दे सामने लै जाओ, फिर पलका उत्ते चुक दे। फिर जदों कहांगे सामने, फिर सामने, फिर जदों कहांगे सम करो, फिर दृष्टि इत्थे फोकस करके अपने आप नू देखना है। जो कोई नवा जीव जिसनू नक दिसदा है, उसने पहला दिसदा सी, उसने फिर देखना आके कि दिसनों हट गया। किसी नू बिल्कुल ही दिसनों हट जाता है, किसी नू की हुंदा कि मध्यम पै जाता, एक परछाई जी दिसदी है लेकिन नक नहीं दिसदा, परछाई जी दिसदी है। क्योंकि आपां इत्थे आवांगे हौली हौली प्रकाश हो जाएगा। पर आपां जदों तां ही पता चलेगा जे अपने आप नू देखांगे। सो आओ हुण आपां पहला दृष्टि नू फोकस करके अपने आप नू देखिए, परखिए थोड़ा।
और सामने लेके आइए ध्यान। मस्तक दे सामने लै जो ध्यान, पलका उत्ते चुक दो। फिर सामने लेके आइए। फिर सम करके देखिए, दृष्टि फोकस करके अपने आप ਨੂੰ देखिए। नीचे ले जाओ हम ध्यान, बिल्कुल रिलैक्स देखना है नीचे। जो भी थले विषय है, चादर है, फर्श कुछ भी है, उस तो थोड़ा ऊपर देखने की कोशिश करनी है। ते इत्थे सानू प्रकाश अनुभव होना शुरू होएगा। पानी की तरह एक हलचल अनुभव होएगी। सम करके फिर देखिए अपने आप ਨੂੰ।
फिर नीचे ले जाओ ध्यान। और सामने लेके आइए ध्यान। मस्तक दे सामने लाए, पलक उत्ते चुक दो। फिर सामने लेके आइए ध्यान।
नीचे लै जो ध्यान। सम करके देखिए अपने आप में। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां अपने आप नूं पहचानना है ते अपने आप दी पहचान के ते उस मालिक नूं पहचानना है, ताकि साडे अंदरों भरम खत्म हो जाए। क्योंकि भरम उदों तक खत्म नहीं होंदा जब तक असीं अपने रूप नूं नहीं पहचानते। मेरा समझाउंदे ने, आप पछाणै हर मिलै। अपने आप नूं पहचान दे नाल हरि दा मिलाप हुंदा है, क्योंकि नहीं तां संसार उसनूं आकारां दे विच समझदा है। ये समझदा है पता नहीं कित्थे बैठा चला रहा है। गुरु साहिबाना ने, भगतां ने सानू आके दस्या है कि वह सर्वव्यापक है, जरे जरे च है, कण कण दे विच है, पर उसका कोई रूप रेख नहीं है, चक्कर चेन नहीं है। वो प्रकाश रूप है, वो जन्म मरण तो रहता है। ते आपां उस दे नाल प्रेम कर सकते हाँ, प्रेमा भगती कर सकते हाँ, ते प्रेम दे नाल ही साडा मुक्ति मिलती है। प्रेम भगती दे नाल ही वो सानू एक खजाना बख्शिश करता है कि असी होरां नू भी उस प्रभु दे बारे ज्ञान दे सकीए। सो इस तरीके नाल आपां प्यार पाउणा है। प्रेम ही भगती है। साच कहो सुन ले हो सब जिन प्रेम कियो, तिन ही प्रभ पायो। सो आओ इन्नी क विचार करते हैं। बहुत सारियां भुलां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।